ਫਾਸਟਵੇ ਟੀਵੀ ਦੇਖਦੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਗੱਲ ਕਰਦੇ ਆ ਖੁਦਗਰਜ਼ਾਂ ਦੀ। ਜਦੋਂ ਤਾਂ ਪੋਲੀਟੀਕਲ ਲੀਡਰਾਂ ਨੂੰ ਜ਼ਰੂਰਤ ਹੁੰਦੀ ਆ ਲੋਕਾਂ ਦੀ ਵੋਟਾਂ ਦੇ ਟਾਈਮ, ਉਸ ਟਾਈਮ ਕਹਿੰਦੇ ਨੇ ਪਿੰਡਾਂ ਦੇ ਵਿੱਚ ਆ ਕੇ ਕਿ ਤੁਸੀਂ ਸਾਡੇ ਰੱਬ ਹੋ। ਜਦੋਂ ਕੰਮ ਨਿਕਲ ਜਾਂਦਾ, ਵੋਟਾਂ ਪੈ ਜਾਂਦੀਆਂ ਨੇ, ਉਹ ਤੋਂ ਬਾਅਦ ਲੋਕਾਂ ਨੂੰ ਘਰੋਂ ਬੇਘਰ ਕਰ ਦਿੰਦੇ ਨੇ ਇਹ ਖੁਦਗਰਜ਼ ਲੋਕ। ਅੱਜ ਖੁਦਗਰਜ਼ਾਂ ਨੇ ਕੀ ਗੰਦ ਪਾਇਆ ਭਾਰਤ ਦੇ ਵਿੱਚ, ਪਹਿਲਾਂ ਤੁਹਾਨੂੰ ਇਹ ਨਿਊਜ਼ ਦਿਖਾਣੇ ਆ, ਫਿਰ ਅੱਗੇ ਗੱਲ ਕਰਦੇ ਆ। ਸੰਗਤਾਂ ਦੇ ਵਿੱਚ ਭਾਰੀ ਰੋਸ ਕਿ ਜੰਗੀਰੋ ਨੇ ਸ਼ਰਾਬ ਦੇ ਨਾਂ ਤੇ ਸਕਾਚ ਲਾਇਬ੍ਰੇਰੀ ਖੋਲੀ ਦਲਬਾਰ ਸਾਹਿਬ ਦੇ ਕੋਲ। ਤੁਸੀਂ ਦੇਖੋ ਟੀਵੀ ਦੀ ਸਕਰੀਨ ਤੇ ਬੇਰੁਜ਼ਗਾਰਾਂ ਦੀ ਧੱਕਾ ਮੁੱਕੀ ਹੋ ਰਹੀ ਆ ਪੰਜਾਬ ਪੁਲਿਸ ਦੇ ਨਾਲ, ਪਰ ਜਿਹੜੀ ਕਾਂਗਰਸ ਸਰਕਾਰ ਆ, ਪੋਲੀਟੀਕਲ ਲੀਡਰ ਨੇ, ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਕੋਈ ਮਰਦਾ ਮਰੀ ਜਾਵੇ, ਧੱਕਾ ਮੁੱਕੀ ਹੋਈ ਜਾਵੇ। ਗੱਲ ਕਰਦੇ ਸੀ ਖੁਦਗਰਜ਼ੀ ਦੀ ਕਿ ਖੁਦਗਰਜ਼ ਦੁਨੀਆ ਹੋ ਗਈ ਆ। ਜੇ ਗੱਲ ਕਰੀਏ ਪਹਿਲਾਂ ਪੁਲਿਸ ਵਾਲਿਆਂ ਦੀ, ਪੰਜਾਬ ਪੁਲਿਸ ਵਾਲਿਆਂ ਦੀ, ਅੱਜ ਪੰਜਾਬ ਪੁਲਿਸ ਦੇ ਵਿੱਚ ਇੱਕ ਥਾਣੇਦਾਰ ਆ ਜਿਹਦੇ 3 ਇੱਥੇ ਸਟਾਰ ਲੱਗੇ ਨੇ ਮੋਢਿਆਂ ਤੇ। ਅੱਜ ਖੁਦਗਰਜ਼ ਬਣ ਗਿਆ ਕਾਨੂੰਨ। ਕਾਨੂੰਨ ਦੀ ਵਰਦੀ ਪਾਈ ਹੋਈ ਆ, ਤੁਹਾਨੂੰ ਦਿਖਾਣੇ ਆ। ਜਿਹੜਾ ਕਾਨੂੰਨ ਆ ਉਹੀ ਇੰਨਾ ਖੁਦਗਰਜ਼ ਆ, ਸਰੇਆਮ ਝੂਠ ਬੋਲਦਾ ਲੋਕਾਂ ਦੇ ਸਾਹਮਣੇ। ਤੁਹਾਨੂੰ ਨਿਊਜ਼ ਦਿਖਾਣੇ ਆ, ਨਿਊਜ਼ ਆ ਜਲੰਧਰ ਤੋਂ। ਇੱਕ ਥਾਣੇਦਾਰ ਸਰੇਆਮ ਝੂਠ ਬੋਲ ਰਿਹਾ। ਕਿਤੇ ਲੜਾਈ ਹੁੰਦੀ ਸੀਗੀ ਚੌਂਕ ਦੇ ਵਿੱਚ, ਉੱਥੇ ਉਹ ਥਾਣੇਦਾਰ ਆਪਣੀਆਂ ਅੱਖਾਂ ਦੇ ਨਾਲ ਲੜਾਈ ਦੇਖ ਰਿਹਾ। ਬਾਅਦ ਦੇ ਵਿੱਚ ਜਦ ਉਹਨਾਂ ਨੂੰ ਪੁੱਛਿਆ ਗਿਆ, ਪ੍ਰੈਸ ਵਾਲਿਆਂ ਨੇ ਪੁੱਛਿਆ ਕਿ ਭਾਈ ਤੁਸੀਂ ਇਹ ਲੜਾਈ ਦੇਖੀ ਆ, ਉੱਥੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਤਾਂ ਉਹ ਸਰੇਆਮ ਮੁੱਕਰ ਗਿਆ। ਕਹਿੰਦਾ ਜੀ ਮੈਂ ਨਹੀਂ ਦੇਖੀ, ਮੈਨੂੰ ਨਹੀਂ ਪਤਾ। ਜੇ ਸਾਡੇ ਧਿਆਨ ਦੇ ਵਿੱਚ ਗੱਲ ਆਏਗੀ, ਕੋਈ ਰਿਪੋਰਟ ਲਿਖਾਏਗਾ ਤਾਂ ਅਸੀਂ ਕਾਰਵਾਈ ਜ਼ਰੂਰ ਕਰਾਂਗੇ। ਤੁਹਾਨੂੰ ਨਿਊਜ਼ ਦਿਖਾਣੇ ਆ, ਤੁਸੀਂ ਦੇਖ ਲਿਓ। ਇਵੇਂ ਜਿਵੇਂ ਪੋਲੀਟੀਕਲ ਲੀਡਰ ਨੇ, ਜਿਹੜੇ ਪੋਲੀਟੀਕਲ ਲੀਡਰ ਨੇ ਉਹ ਇੰਨੇ ਖੁਦਗਰਜ਼ ਨੇ, ਉਹ ਆਪਣਾ ਮਤਲਬ ਕੱਢਦੇ ਨੇ ਕਿ ਜਦੋਂ ਉਹਨਾਂ ਨੂੰ ਮਤਲਬ ਹੁੰਦਾ, ਉਹ ਦੇਖਦੇ ਨੇ ਕਿ ਕਿਹੜਾ ਸਾਫ਼ ਸੁਥਰਾ ਬੰਦਾ ਜਿਹਨੂੰ ਅਸੀਂ ਅੱਗੇ ਕਰੀਏ, ਅੱਗੇ ਕਰਕੇ ਵੋਟਾਂ ਪਟੋਰੀਏ, ਲੋਕਾਂ ਨੂੰ ਬੇਵਕੂਫ ਬਣਾਈਏ। ਉਹ ਬੇਵਕੂਫ ਬਣਾਉਣ ਦੇ ਲਈ ਉਹ ਕੋਈ ਸਾਫ਼ ਸੁਥਰਾ ਬੰਦਾ ਦੇਖਦੇ ਨੇ, ਭਾਵੇਂ ਐਮਐਲਏ ਹੋਵੇ ਜਾਂ ਕੋਈ ਵੀ ਹੋਵੇ। ਉਹ ਇਦਾਂ ਦਾ ਦੇਖਦੇ ਨੇ ਕਿ ਜਿਸ ਬੰਦੇ ਨੇ ਪਹਿਲਾਂ ਲੁੱਟ ਖੋਹ ਨਾ ਕੀਤੀ ਹੋਵੇ, ਲਟੇਰਾ ਨਾ ਹੋਵੇ, ਉਸ ਬੰਦੇ ਨੂੰ ਅੱਗੇ ਕਰੀਏ। ਪਰ ਜਿਹੜਾ ਬੰਦਾ ਹੁੰਦਾ ਉਹ ਪਾਰਟੀ 'ਚ ਰਲਦਾ, ਜਿੱਦਾਂ ਬਾਦਲਾਂ ਦੇ ਨਾਲ ਕੋਈ ਰਲ ਗਿਆ, ਜਾਂ ਕਾਂਗਰਸ ਦੇ ਨਾਲ ਰਲ ਗਿਆ, ਜਾਂ ਬੀਜੇਪੀ ਦੇ ਨਾਲ ਰਲ ਗਿਆ, ਉਹ ਜਿਹੜੇ ਲੋਕ ਇਹ ਤਿੰਨਾਂ ਪਾਰਟੀਆਂ ਦੇ ਨਾਲ ਰਲਦੇ ਨੇ, ਉਹ ਵੀ ਕਿਸੇ ਤੋਂ ਘੱਟ ਨਹੀਂ ਹੁੰਦੇ, ਕਿਉਂਕਿ ਉਹਨਾਂ ਨੇ ਸ਼ਰਮ ਹਿਆ ਦੂਰ ਕਰਕੇ ਸਿਰਫ ਲੁੱਟਣ ਦੇ ਇਰਾਦੇ ਦੇ ਵਿੱਚ ਇਹਨਾਂ ਪਾਰਟੀਆਂ ਨਾਲ ਰਲਦੇ ਨੇ। ਚਾਹੇ ਬਾਦਲ ਕਿਆ ਨਾ ਹੋ ਜੇ, ਚਾਹੇ ਕਾਂਗਰਸ ਨਾ ਹੋ ਜੇ, ਉਹ ਇਹਨਾਂ ਪਾਰਟੀਆਂ ਨਾਲ ਲੁੱਟਣ ਦੇ ਇਰਾਦੇ ਦੇ ਵਿੱਚ ਹੀ ਰਲਦੇ ਨੇ ਕਿ ਉਹਨਾਂ ਨੂੰ ਪਤਾ ਹੁੰਦਾ ਕਿ ਜੀ ਕੇਰਾ ਐਮਐਲਏ ਬਣ ਗਿਆ, ਇੰਨੇ ਪੈਸੇ ਲੁੱਟ ਲਾਂਗਾ, ਇੰਨਾ ਦੇਸ਼ ਦਾ ਧਨ ਲੁੱਟ ਲਾਂਗਾ ਤੇ ਮੇਰੀ ਬੱਲੇ ਬੱਲੇ ਹੋ ਜੂ। ਮੈਨੂੰ ਕੀ, ਮੈਂ ਕੀ ਲੈਣਾ, ਮੈਂ ਲੋਕਾਂ ਤੋਂ ਕੀ ਲੈਣਾ, ਮੈਂ ਭਾਰਤ ਦੇ ਲੋਕਾਂ ਤੋਂ ਕੀ ਲੈਣਾ, ਮੈਂ ਤਾਂ ਕਿਹੜਾ ਲੁੱਟਣਾ, ਲੋਕਾਂ ਨੂੰ ਲੁੱਟ ਲੈਣਾ। ਉਹ ਇਸੇ ਇਰਾਦੇ ਦੇ ਨਾਲ ਇਹ ਪਾਰਟੀਆਂ 'ਚ ਜਾਂਦਾ, ਫਿਰ ਉਹੀ ਕੁਛ ਕਰਦਾ ਜਿੱਦਾਂ ਬਾਕੀ ਪੋਲੀਟੀਕਲ ਲੀਡਰਾਂ ਨੇ ਕੀਤਾ ਹੁੰਦਾ, ਜਿੱਦਾਂ ਬਾਕੀ ਐਮਐਲਏ ਨੇ ਕੀਤਾ ਹੁੰਦਾ। ਬਸ ਇਹ ਲੁੱਟ ਖੋਹ ਦਾ ਧਿਆਨ ਰੱਖਦੇ ਨੇ ਹਮੇਸ਼ਾ ਜਿਹੜੇ ਲੋਕ ਇਹਨਾਂ ਗੰਦੀਆਂ ਪਾਰਟੀਆਂ ਦੇ ਨਾਲ ਰਲਦੇ ਨੇ। ਉਹਨਾਂ ਦਾ ਦੇਸ਼ ਦੇ ਲੋਕਾਂ ਨਾਲ ਜਾਂ ਆਪਣੇ ਇਲਾਕੇ ਦੇ ਲੋਕਾਂ ਨਾਲ ਕੋਈ ਪਿਆਰ ਨਹੀਂ ਹੁੰਦਾ, ਉਹ ਸਿਰਫ ਲੁੱਟਣ ਦਾ ਪਿਆਰ ਹੁੰਦਾ, ਕਿਉਂਕਿ ਉਹ ਲੋਕ ਖੁਦਗਰਜ਼ ਹੁੰਦੇ ਨੇ। ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਕੋਈ ਪਿਆਰ ਨਹੀਂ ਹੁੰਦਾ। ਗੁਰੂ ਗ੍ਰੰਥ ਸਾਹਿਬ ਜੀ ਦੀ ਜਿੰਨੀ ਬੇਅਦਬੀ ਬਾਦਲਾਂ ਨੇ ਕੀਤੀ ਆ, ਕੋਈ ਨਹੀਂ ਕਰ ਸਕਦਾ, ਕਿਉਂਕਿ ਮੱਸੇ ਰੰਗੜ ਤੋਂ ਵੀ ਜ਼ਿਆਦਾ, ਅਬਦਾਲੀ ਤੋਂ ਵੀ ਜ਼ਿਆਦਾ ਬੇਅਦਬੀ ਬਾਦਲਾਂ ਨੇ ਕੀਤੀ ਆ। ਪਰ ਫਿਰ ਵੀ ਲੋਕ ਬਾਦਲਾਂ ਦੇ ਨਾਲ ਰਲ ਜਾਂਦੇ ਨੇ। ਮਤਲਬ ਕੀ, ਖੁਦਗਰਜ਼। ਇਹਨੂੰ ਕਹਿੰਦੇ ਨੇ ਖੁਦਗਰਜ਼ੀ, ਕਿ ਖੁਦਗਰਜ਼ਾ ਸਿਰਫ ਆਪਣੇ ਲਈ ਸੋਚਣਾ, ਦੂਜਿਆਂ ਲਈ ਨਹੀਂ। ਪਰ ਜਿਹੜੇ ਇਹੋ ਜਿਹੇ ਲੋਕ ਨੇ ਉਹ ਜ਼ਿਆਦਾ ਚਿਰ ਨਹੀਂ ਚੱਲਦੇ। ਐਂਡ ਦੇ ਵਿੱਚ ਬੁਰਾ ਹਾਲ ਹੀ ਹੁੰਦਾ। ਤੁਸੀਂ ਕਿਸੇ ਦਾ ਵੀ ਦੇਖ ਲਓ, ਐਂਡ ਮਾੜਾ ਹੀ ਹੁੰਦਾ। ਤੁਸੀਂ ਦੇਖ ਲਓ, ਪੁਰਾਣਾ ਇਤਿਹਾਸ ਫੋਲ ਲਓ, ਜਿਹੜੇ ਬੁਰੇ ਲੋਕ ਸੀ ਉਹਨਾਂ ਦਾ ਕੀ ਐਂਡ ਹੋਇਆ, ਇਹਨਾਂ ਲੋਕਾਂ ਦਾ ਵੀ ਇਹੀ ਐਂਡ ਹੋਊਗਾ। ਜਿਹੜੇ ਭਾਰਤ ਦੇ ਵਿੱਚ ਖੁਦਗਰਜ਼ ਲੋਕ ਨੇ, ਉਹ ਇਦਾਂ ਦੇ ਖੁਦਗਰਜ਼ ਲੋਕ ਨੇ, ਉਹ ਪੋਲੀਟੀਕਲ ਲੀਡਰਾਂ ਦੇ ਪੱਕੇ ਬੰਦੇ ਨੇ, ਉਹ ਇੱਟਾਂ ਚੱਕੀ ਬੈਠੇ ਨੇ। ਜਦੋਂ ਵੀ ਪੋਲੀਟੀਕਲ ਲੀਡਰ ਕਹਿਣਗੇ ਕਿ ਇੱਟਾਂ ਲੋਕਾਂ ਦੇ ਮਾਰੋ, ਜਨਤਾ ਦੇ ਮਾਰੋ, ਉਹ ਮਾਰਨ ਲੱਗ ਜਾਣਗੇ। ਜਦੋਂ ਕਹਿਣਗੇ ਪੋਲੀਟੀਕਲ ਲੀਡਰ ਕਿ ਅਜੇ ਇੱਟਾਂ ਨਹੀਂ ਮਾਰਨੀਆਂ, ਅਜੇ ਪੱਥਰ ਨਹੀਂ ਮਾਰਨੇ, ਅਜੇ ਤੁਸੀਂ ਹੱਥ ਜੋੜਨੇ ਨੇ, ਫਿਰ ਉਹ ਤੁਹਾਡੇ ਅੱਗੇ ਹੱਥ ਜੋੜਨਗੇ।
ਜੀ ਸਾਨੂੰ ਵੋਟ ਪਾ ਦਿਓ, ਸਾਨੂੰ ਵੋਟ ਪਾ ਦਿਓ, ਭਿਖਾਰੀਆਂ ਵਾਂਗੂ ਕਰਨਗੇ। ਜਿੱਦਾਂ ਭੀਖ ਲੈਣੀ ਹੁੰਦੀ ਹੈ ਨਾ, ਮੰਗਤਾ ਖੜਾ ਹੁੰਦਾ ਚੌਂਕ ਦੇ ਵਿੱਚ, ਉਹ ਤਾਂ ਭਿਖਾਰੀਆਂ ਵਾਂਗੂ ਤੁਹਾਡੇ ਕੋਲੇ ਹੱਥ ਜੋੜਨਗੇ, ਅੱਖਾਂ ਮੀਚ ਕੇ ਜੋੜਨਗੇ। ਜਦੋਂ ਫਿਰ ਕੰਮ ਨਿਕਲ ਗਿਆ, ਫਿਰ ਉਹੀ ਹੱਥਾਂ ਦੇ ਨਾਲ ਜਿਹੜੇ ਹੱਥ ਜੋੜਦੇ ਸੀ, ਉਹਨਾਂ ਹੱਥਾਂ ਦੇ ਨਾਲ ਹੀ ਫਿਰ ਪੱਥਰ ਚੱਕ ਲੈਂਦੇ ਨੇ, ਇੱਟਾਂ ਚੱਕ ਲੈਂਦੇ ਨੇ। ਫਿਰ ਉਹ 5 ਸਾਲ ਤੱਕ ਲੋਕਾਂ ਦੇ ਪੱਥਰ ਇੱਟਾਂ ਮਾਰਦੇ ਨੇ। ਉਹ ਪੱਥਰ ਇੱਟਾਂ ਕਿਹੜੇ ਨੇ? ਲੋਕਾਂ ਦੇ ਉੱਪਰ ਨਜਾਇਜ਼ ਪਰਚੇ ਪਵਾਉਣੇ, ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਨੇ, ਲੋਕਾਂ ਨੂੰ ਘਰੋਂ ਬੇਘਰ ਕਰਨਾ। ਫਿਰ ਇਹ ਜੇ ਘਟੀਆ ਕਾਰੋਬਾਰ ਉਹ ਕਰਦੇ ਨੇ। ਉਹਨਾਂ ਨੂੰ ਕੋਈ ਇਨਸਾਨੀਅਤ ਨਾਲ ਲੈਣਾ ਦੇਣਾ ਨਹੀਂ, ਕੋਈ ਲੋਕਾਂ ਨਾਲ ਲੈਣਾ ਦੇਣਾ ਨਹੀਂ। ਪਰ ਜਦੋਂ ਵੋਟਾਂ ਹੁੰਦੀਆਂ ਨੇ, ਫਿਰ ਉਹਨਾਂ ਵਰਗਾ ਕੋਈ ਚੰਗਾ ਆਦਮੀ ਨਹੀਂ ਹੁੰਦਾ, ਕਿਉਂਕਿ ਹੱਥ ਜੋੜਦੇ ਨੇ। ਉਦੋਂ ਤਾਂ ਤੁਹਾਨੂੰ ਐਂ ਲੱਗਦਾ ਕਿ ਇਸ ਬੰਦੇ ਨੂੰ ਮੈਂ ਜੱਫੀ ਪਾ ਲਾਂ, ਇਹ ਤਾਂ ਬੜਾ ਹੀ ਚੰਗਾ ਆਦਮੀ ਆ, ਇਹ ਤਾਂ ਬੜੀਆਂ ਹੀ ਚੰਗੀਆਂ ਗੱਲਾਂ ਮਾਰਦਾ, ਇਹਦੀ ਆਰਤੀ ਉਤਾਰਦੀ ਏ। ਜਦੋਂ ਫਿਰ ਕੰਮ ਨਿਕਲ ਜਾਂਦਾ, ਉਹ ਮੂਹਰਿਓਂ ਪੱਥਰ ਚੱਕਦਾ। ਫਿਰ ਲੋਕਾਂ ਨੂੰ ਲੱਗਦਾ ਕਿ ਆਰਤੀ ਤਾਂ ਸਾਡੀ ਗਲਤ ਸੋਚ ਸੀਗੀ, ਹੁਣ ਸੁੱਕਿਆ ਹੋਇਆ ਸਿੱਤਰ ਚੱਕ ਲਈਏ। ਇਹ ਹਾਲਾਤ ਨੇ ਪੋਲੀਟੀਕਲ ਲੀਡਰਾਂ ਦੇ, ਉਹ ਤੁਹਾਡੇ ਸਾਹਮਣੇ ਨੇ, ਤੁਸੀਂ ਆਪ ਦੇਖ ਰਹੇ ਹੋ। ਇਹ ਹਾਲਾਤ ਨੇ ਪੋਲੀਟੀਕਲ ਲੀਡਰਾਂ ਦੇ। ਪਰ ਜੇ ਤੁਸੀਂ ਕਹੋ ਕਿ ਪੋਲੀਟੀਕਲ ਲੀਡਰਾਂ ਨੂੰ ਗਧੇ ਤੇ ਬਹਾ ਕੇ, ਸਿੱਤਰਾਂ ਦਾ ਹਾਰ ਪਾ ਕੇ ਇਹਨੂੰ ਪਿੰਡ 'ਚ ਗੇੜਾ ਕੱਢ ਦਈਏ, ਤਾਂ ਪੋਲੀਟੀਕਲ ਲੀਡਰ ਨੂੰ ਕੋਈ ਫਰਕ ਨਹੀਂ ਪੈਣ ਵਾਲਾ। ਇਹਨਾਂ ਨੂੰ ਚਾਹੇ ਗਧੇ ਤੇ ਬਹਾਓ, ਚਾਹੇ ਇਹਨਾਂ ਨੂੰ ਗੰਦੀ ਨਾਲੀ 'ਚ ਡਬੋਵੋ, ਚਾਹੇ ਇਹ ਪੋਲੀਟੀਕਲ ਲੀਡਰਾਂ ਨੂੰ ਤੁਸੀਂ ਗੂੰ ਖਵਾ ਦਿਓ ਨਾ ਕੌਲੀ 'ਚ ਪਾ ਕੇ, ਇਹ ਗੂੰ ਵੀ ਖਾ ਲੈਣਗੇ। ਇੰਨੇ ਗਿਰੇ ਹੋਏ ਲੋਕ ਨੇ। ਪਰ ਇਹਨਾਂ ਨੂੰ ਫਰਕ ਕਿਸ ਚੀਜ਼ ਤੋਂ ਪੈਂਦਾ, ਉਹ ਤੁਹਾਨੂੰ ਦੱਸਦੇ ਆ। ਉਹ ਤੁਸੀਂ ਜ਼ਰੂਰ ਕਿਰਪਾ ਕਰੋ, ਕਿਉਂਕਿ ਇਹਨਾਂ ਨੂੰ ਪਿੰਡਾਂ 'ਚ ਨਾ ਵੜਨ ਦਿਓ। ਜਿਹੜੀਆਂ ਗੰਦੀਆਂ ਪੋਲੀਟੀਕਲ ਪਾਰਟੀਆਂ ਨੇ, ਇਹਨਾਂ ਨੂੰ ਪਿੰਡਾਂ 'ਚ ਨਾ ਵੜਨ ਦਿਓ। ਚਾਹੇ ਬਾਦਲ ਕੇ ਹੋਣ, ਚਾਹੇ ਕਾਂਗਰਸ ਵਾਲੇ ਹੋਣ, ਚਾਹੇ ਇਹ ਬੀਜੇਪੀ ਵਾਲੇ ਹੋਣ, ਇਹਨਾਂ ਨੂੰ ਪਿੰਡਾਂ 'ਚ ਨਾ ਵੜਨ ਦਿਓ। ਜੇ ਤੁਸੀਂ ਕਹੋ ਵੀ ਜੀ ਇਹ ਬੀਜੇਪੀ ਦੇ ਨਾਲ ਜਿਹੜਾ ਬੰਦਾ ਆਇਆ, ਇਹ ਖੁਦ ਬੰਦਾ ਚੰਗਾ, ਪਾਰਟੀ ਮਾੜੀ ਆ ਪਰ ਇਹ ਬੰਦਾ ਚੰਗਾ। ਇਹ ਬਾਦਲਾਂ ਦਾ ਜਿਹੜਾ ਬੰਦਾ ਆਇਆ, ਇਹ ਬੰਦਾ ਚੰਗਾ ਪਰ ਬਾਦਲ ਮਾੜੇ ਨੇ, ਇਹ ਭੁੱਲ ਜਾਓ। ਜਿਹੜਾ ਬੰਦਾ ਬਾਦਲਾਂ ਦੇ ਨਾਲ ਜੁੜ ਗਿਆ, ਉਹ ਓਨਾ ਹੀ ਡੇਂਜਰ ਆ ਜਿੰਨੇ ਕਿ ਬਾਦਲ ਨੇ। ਜਿਹੜਾ ਕਾਂਗਰਸ ਦੇ ਨਾਲ ਬੰਦਾ ਜੁੜ ਗਿਆ, ਉਹ ਬੰਦਾ ਓਨਾ ਹੀ ਡੇਂਜਰ ਆ ਜਿੰਨੇ ਕਿ ਕਾਂਗਰਸੀ ਨੇ। ਕਿਉਂਕਿ ਜਿਹੜੇ ਗੰਦੇ ਲੋਕ ਹੁੰਦੇ ਨੇ, ਖੁਦਗਰਜ਼ ਲੋਕ ਹੁੰਦੇ ਨੇ, ਉਹ ਇਹ ਪਾਰਟੀਆਂ ਦੇ ਨਾਲ ਰਲਦੇ ਨੇ। ਪਰ ਬਚ ਲਓ ਇਹਨਾਂ ਲੋਕਾਂ ਤੋਂ। ਜੇ ਹੁਣ ਗੱਲ ਕਰੀਏ ਸਿੱਧੂ ਦੀ, ਕਿ ਜਿਹੜਾ ਸਿੱਧੂ ਆ ਜੀ, ਉਹ ਤਾਂ ਉਹ ਫੱਟੇ ਚੱਕੀ ਜਾਂਦਾ। ਉਹਨੇ ਆਹ ਕੁਛ ਕਰ ਦਿੱਤਾ, ਉਹਨੇ ਬਿਜਲੀ ਬਾਰੇ ਆਵਾਜ਼ ਉਠਾਈ, ਇਹ ਉਠਾਈ, ਉਹ ਉਠਾਈ। ਕੁਛ ਨਹੀਂ ਹੈ, ਕੁਛ ਨਹੀਂ ਹੈ, ਕੁਛ ਨਹੀਂ ਹੋਣ ਵਾਲਾ। ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਜਿਹੜਾ ਦਿੱਲੀ ਜਾ ਰਹੇ ਨੇ ਕਿਸਾਨ ਜਾਂ ਪੋਲੀਟੀਕਲ ਲੀਡਰ ਗਏ ਨੇ, ਉੱਥੇ ਰੌਲਾ ਪਾਉਂਦੇ ਨੇ, ਕੁਛ ਹੋ ਜਾਊਗਾ, ਕਾਲੇ ਕਾਨੂੰਨ ਕੈਂਸਲ ਹੋ ਜਾਣਗੇ। ਬਿਲਕੁਲ ਨਹੀਂ। ਸਾਰਾ ਇਹ ਡਰਾਮਾ, ਇੱਕ ਡਰਾਮਾ, ਪੋਲੀਟੀਕਲ ਡਰਾਮਾ, ਇੱਕ ਲਿਖਿਆ ਹੋਇਆ ਪੋਲੀਟੀਕਲ ਡਰਾਮਾ। ਇਹਦੇ ਨਾਲ ਕੁਛ ਨਹੀਂ ਹੋਣਾ। ਪਰ ਤੁਸੀਂ, ਤੁਹਾਡੇ 'ਚ ਤਾਕਤ ਬਹੁਤ ਆ, ਬਹੁਤ ਵੱਡੀ ਤਾਕਤ ਆ ਲੋਕਾਂ ਦੇ ਵਿੱਚ। ਜੇ ਉਹ ਤਾਕਤ ਨੂੰ ਤੁਸੀਂ ਇਸਤੇਮਾਲ ਕਰੋ, ਉਹ ਤਾਕਤ ਇਹ ਆ ਕਿ ਇਹਨਾਂ ਨੂੰ ਪਿੰਡਾਂ ਵਿੱਚ ਨਾ ਵੜਨ ਦਿਓ। ਪਿੰਡਾਂ ਦੀ ਪਿੰਡ ਮਤੇ ਪਾਓ, ਇਕੱਠੇ ਹੋਵੋ, ਇਕੱਠੇ ਹੋ ਕੇ ਇਹ ਪੋਲੀਟੀਕਲ ਪਾਰਟੀਆਂ ਨੂੰ ਪਿੰਡਾਂ 'ਚ ਨਾ ਵੜਨ ਦਿਓ। ਇਹ ਸਭ ਤੋਂ ਵੱਡੀ ਤੁਹਾਡੀ ਜਿੱਤ ਹੋਏਗੀ। ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਨੇ, ਉਹ ਤੁਹਾਨੂੰ ਕਹਿਣ ਕਿ ਇਹਨਾਂ ਨੂੰ ਪਿੰਡਾਂ 'ਚ ਆਉਣ ਦਿਓ, ਪਰ ਇੱਥੇ ਉਹਨਾਂ ਦੀ ਗੱਲ ਨਾ ਮੰਨਿਓ, ਉੱਥੇ ਇਹਨਾਂ ਦੀ ਗੱਲ ਨਾ ਮੰਨਿਓ, ਕਿਉਂਕਿ ਉਹ ਲੋਕ ਪੋਲੀਟੀਕਲ ਪਾਰਟੀਆਂ ਨਾਲ ਆਲਰੇਡੀ ਰਲ ਚੁੱਕੇ ਨੇ। ਉਹਨਾਂ ਦੀ ਗੱਲ ਤੁਸੀਂ ਇਹ ਨਹੀਂ ਮੰਨਣੀ ਕਿ ਪਿੰਡਾਂ 'ਚ ਨਹੀਂ ਵੜਨ ਦੇਣਾ। ਇਹ ਪੋਲੀਟੀਕਲ ਪਾਰਟੀਆਂ ਨੂੰ ਪਿੰਡਾਂ 'ਚ ਨਾ ਵੜਨ ਦਿਓ, ਜਿੱਤ ਤੁਹਾਡੀ ਹੋਏਗੀ। ਕਾਲੇ ਕਾਨੂੰਨ 100% ਕੈਂਸਲ ਹੋਣਗੇ। ਪਰ ਇਹ ਚੋਰਾਂ ਨੂੰ ਪਿੰਡਾਂ 'ਚ ਨਾ ਵੜਨ ਦਿਓ, ਕਿਉਂਕਿ ਤੁਹਾਨੂੰ ਲੁੱਟਣ ਦੀਆਂ, ਤੁਹਾਨੂੰ ਮਾਰਨ ਦੀਆਂ ਇਹ ਨਵੀਆਂ ਸਕੀਮਾਂ ਘੜਦੇ ਰਹਿੰਦੇ ਨੇ। ਕਿਉਂਕਿ ਇਹ ਅੱਤਵਾਦੀ ਨੇ। ਇਹਨਾਂ ਦਾ ਨਾ ਕੋਈ ਦੀਨ ਆ, ਨਾ ਕੋਈ ਇਮਾਨ ਆ, ਨਾ ਕੋਈ ਧਰਮ ਆ। ਇਹ ਕਿਸੇ ਧਰਮ ਦੇ ਨਹੀਂ ਹੁੰਦੇ। ਇੱਕ ਲਾਲਚੀ ਕੁੱਤੇ ਹੁੰਦੇ ਨੇ, ਇੱਕ ਖੁਦਗਰਜ਼ ਲੋਕ ਹੁੰਦੇ ਨੇ। ਇਹਨਾਂ ਦੀ ਕਿਸੇ ਨਾਲ ਕੋਈ ਪਿਆਰ ਨਹੀਂ ਹੁੰਦਾ, ਕੋਈ ਰਹਿਮ ਨਹੀਂ ਹੁੰਦਾ। ਉਹ ਤੁਹਾਡੇ ਸਾਹਮਣੇ ਆ। ਜਦੋਂ ਤੇ ਮੁਲਕ ਆਜ਼ਾਦ ਹੋਇਆ, ਉਦੋਂ ਤੋਂ ਲੈ ਕੇ ਅੱਜ ਤੱਕ ਕੀ ਕੁਛ ਨਹੀਂ ਹੋਇਆ ਭਾਰਤ ਦੇ ਵਿੱਚ, ਉਹ ਵਰਲਡ ਦੇ ਵਿੱਚ ਕਿਤੇ ਨਹੀਂ ਹੋਇਆ ਜਿਹੜਾ ਭਾਰਤ ਦੇ ਵਿੱਚ ਹੋਇਆ। ਕਿਉਂਕਿ ਲੋਕਾਂ ਨੂੰ ਜਾਤਾਂ ਪਾਤਾਂ ਧਰਮਾਂ 'ਚ ਵੰਡ ਕੇ ਰੱਖਦੇ ਨੇ। ਬਸ ਉਸੇ ਗੱਲ ਦਾ ਇਹ ਫਾਇਦਾ ਉਠਾਉਂਦੇ ਨੇ। ਲੋਕਾਂ ਨੂੰ ਮਾਰਦੇ ਜਾ ਰਹੇ ਨੇ, ਲੋਕ ਮਰਦੇ ਜਾ ਰਹੇ ਨੇ।
ਪਰ ਲੋਕੋ ਤਾਦੀ ਬਚੋਗੇ ਇਹਨਾਂ ਕੁੱਤਿਆਂ ਨੂੰ ਪਿੰਡਾਂ 'ਚ ਨਾ ਵੜਨ ਦਿਓ, ਨਾ ਬਾਦਲਾਂ ਨੂੰ ਵੜਨ ਦਿਓ, ਨਾ ਕਾਂਗਰਸੀਆਂ ਨੂੰ ਵੜਨ ਦਿਓ, ਨਾ ਬੀਜੇਪੀ ਵਾਲਿਆਂ ਨੂੰ ਵੜਨ ਦਿਓ, ਤਾਦੀ ਤੁਹਾਡੀ ਜਿੱਤ ਹੋਏਗੀ। ਹੋਰ ਅੱਜ ਦੀਆਂ ਜਿਹੜੀਆਂ ਖਬਰਾਂ ਆਈਆਂ ਨੇ ਗੁੰਡਾਗਰਦੀ ਨੂੰ ਲੈ ਕੇ, ਇਹ ਖੁਦਗਰਜ਼ਾਂ ਨੂੰ ਲੈ ਕੇ, ਹੁਣ ਤੁਹਾਨੂੰ ਉਹ ਦਿਖਾਣੇ ਆ। ਦੇਖ ਲਓ ਟੀਵੀ ਦੀ ਸਕਰੀਨ ਤੇ ਜਿਹਦੇ 3 ਸਟਾਰ ਲੱਗੇ ਨੇ ਇਸ ਪੁਲਿਸ ਵਾਲੇ ਦੇ, ਇਹ ਖੜਾ ਹੀ ਮੁੱਕਰ ਗਿਆ। ਇੱਕ ਲੜਾਈ ਹੋ ਰਹੀ ਸੀ ਜਲੰਧਰ ਦੇ ਵਿੱਚ, ਤੁਹਾਨੂੰ ਦਿਖਾਉਨੇ ਆ ਕਿ ਉਹ ਲੜਾਈ ਦੇ ਵਿੱਚ ਇਹ ਖੁਦ ਸ਼ਾਮਲ ਸੀ, ਇਹ ਦੇਖ ਰਿਹਾ ਸੀ ਉਹ ਲੜਾਈ ਹੁੰਦੀ ਨੂੰ। ਪਰ ਜਦੋਂ ਇਹਨੂੰ ਪੁੱਛਿਆ ਗਿਆ ਕਿ ਜੀ ਤੁਸੀਂ ਉਹ ਲੜਾਈ ਬਾਰੇ ਕੀ ਕਹਿਣਾ ਚਾਹੁੰਦੇ ਹੋ, ਕਹਿੰਦਾ ਜੀ ਸਾਨੂੰ ਤਾਂ ਪਤਾ ਹੀ ਨਹੀਂ, ਖੜਾ ਹੀ ਮੁੱਕਰ ਗਿਆ। ਹੁਣ ਤੁਸੀਂ ਸੁਣ ਲਓ ਕਿ ਪੁਲਿਸ ਵਾਲਾ ਕੀ ਬਕਵਾਸ ਕਰਦਾ, ਕਿੱਦਾਂ ਮੁੱਕਰਦਾ, ਇਹ ਵੀ ਦੇਖ ਲਓ। ਉਹ ਤੁਹਾਨੂੰ ਲੜਾਈ ਵੀ ਨਾਲ ਦਿਖਾਉਨੇ ਆ। ਮੈਂ ਪਿੰਡ ਜਿਹੜਾ ਸਾਡੇ ਕੋਲ ਕੋਈ ਕੰਪਲੇਂਟ ਨਹੀਂ ਆਈ, ਨਾ ਕਿਸੇ ਨੇ ਕੋਈ ਦਰਖਾਸਤ ਦਿੱਤੀ ਹੈ, ਨਾ ਇਹ ਕੋਈ ਸਾਡੇ ਇਦਾਂ ਦੀ ਗੱਲ ਧਿਆਨ ਵਿੱਚ ਆ ਵੀ ਲੰਮੇ ਪਿੰਡ ਕੋਈ ਲੜਾਈ ਝਗੜਾ ਹੋਇਆ। ਸਾਡੇ ਕੋਲ ਤਾਂ ਇਹਦੀ ਕੋਈ ਇਨਫੋਰਮੇਸ਼ਨ ਨਹੀਂ ਆ। ਲੰਮੇ ਪਿੰਡ ਚੌਂਕ 'ਚ ਜਿਹੜੀ ਆ ਹੈਲਥ ਡਿਪਾਰਟਮੈਂਟ ਦੀ ਸਿਵਲ ਹਸਪਤਾਲ ਤੋਂ ਇੱਕ ਟੀਮ ਆਉਂਦੀ ਆ ਜਿਹੜੀ ਕਰੋਨਾ ਸੈਂਪਲਿੰਗ ਲੈਂਦੀ ਆ, ਉਹਨਾਂ ਨਾਲ ਸੈਂਪਲਿੰਗ ਕਰਾਉਣ ਲਈ ਜ਼ਰੂਰ ਬੰਦੇ ਲਾਉਂਦੇ ਆ। ਪਰ ਮੇਰੇ ਇਹੋ ਜਿਹੀ ਗੱਲ ਕੋਈ ਧਿਆਨ 'ਚ ਨਹੀਂ ਆਈ, ਇਹਦਾ ਵੈਰੀਫਾਈ ਕਰ ਲਾਂਗੇ ਕਿ ਕੀ ਗੱਲ ਆ। ਜੇ ਕੋਈ ਸਾਡੇ ਕੋਲ ਕੰਪਲੇਂਟ ਆਈ ਹੋਈ ਤਾਂ ਜ਼ਰੂਰ ਜਿਹੜਾ ਕੋਈ ਹੋਊਗਾ। ਦੇਖ ਲਓ ਕਿੰਨੇ ਵਧੀਆ ਤਰੀਕੇ ਦੇ ਨਾਲ ਝੂਠ ਬੋਲ ਰਿਹਾ ਇਹ ਪੁਲਿਸ ਅਫਸਰ। 3 ਸਟਾਰ ਲਾਏ ਨੇ ਇਸ ਹਰਾਮੀ ਨੇ, ਇਹ ਉੱਥੇ ਖੁਦ ਸ਼ਾਮਲ ਸੀ। ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ, ਉੱਥੇ ਖੁਦ ਸ਼ਾਮਲ ਸੀ ਇਹ ਪੁਲਿਸ ਵਾਲਾ, ਆਪਣੀਆਂ ਅੱਖਾਂ ਨਾਲ ਦੇਖ ਰਿਹਾ ਸੀ। ਪਰ ਇਹ ਪੁਲਿਸ ਅਫਸਰ ਖੜਾ ਹੀ ਮੁੱਕਰ ਗਿਆ, ਤੁਹਾਡੇ ਸਾਹਮਣੇ ਖੜਾ ਹੀ ਮੁੱਕਰ ਗਿਆ। ਖੁਦ ਸ਼ਾਮਲ ਸੀ, ਕਾਨੂੰਨ ਦੀ ਵਰਦੀ ਪਾਈ ਹੋਈ ਸੀ। ਦੇਖੋ ਇਹ ਹਾਲਾਤ ਨੇ ਕਾਨੂੰਨ ਦੇ, ਭਾਰਤ ਦੇ ਅੰਦਰ ਤੁਹਾਡੇ ਸਾਹਮਣੇ ਨੇ। ਮਾੜੀ ਗੱਲ ਹੈ, ਬਹੁਤ ਸ਼ਰਮ ਦੀ ਗੱਲ ਹੈ ਸਰਕਾਰ ਵਾਸਤੇ ਔਰ ਪ੍ਰਸ਼ਾਸਨ ਵਾਸਤੇ। ਪਰ ਇਹ ਜਿਹੜੀ ਹੈ ਸਕੌਚ ਲਾਇਬ੍ਰੇਰੀ ਹੈ, ਇਹ ਸਰਕਾਰ ਨੇ ਨਵਾਂ ਗਿਫਟ ਦਿੱਤਾ ਅੰਮ੍ਰਿਤਸਰ ਵਾਸੀਆਂ ਨੂੰ, ਕਿਉਂਕਿ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਜਿੱਥੇ ਸ਼੍ਰੀ ਦਰਬਾਰ ਸਾਹਿਬ ਔਰ ਸ਼੍ਰੀ ਅਕਾਲ ਤਖਤ ਸਾਹਿਬ ਜਿਹੜਾ ਵਾ ਉਹ ਮੇਨ ਦਫ਼ਤਰ ਇੱਥੇ ਹੈ, ਔਰ 5 ਤਖਤਾਂ 'ਚੋਂ ਇੱਕ ਤਖਤ ਹੈ ਇੱਥੇ ਜਿਹੜਾ ਵਾ ਉਹ ਐਂਟਰੀ ਪੁਆਇੰਟ ਤੇ, ਕਿਉਂਕਿ ਨਾਲ ਹੀ ਗੋਲਡਨ ਗੇਟ ਹੈ। ਗੋਲਡਨ ਗੇਟ ਤੋਂ ਜਦੋਂ ਹੀ ਆਪਾਂ ਐਂਟਰ ਹੋਵਾਂਗੇ ਤੇ ਆਪਾਂ ਨੂੰ ਸਕੌਚ ਲਾਇਬ੍ਰੇਰੀ ਦਾ ਬੋਰਡ ਲਿਖਿਆ ਮਿਲੂਗਾ। ਬੜੀ ਸ਼ਰਮ ਦੀ ਗੱਲ ਹੈ, ਇੱਥੇ ਜਿਹੜਾ ਸੈਲਾਨੀ ਆਉਂਦੇ ਆ, ਜਿਹੜੇ ਬਾਹਰੋਂ ਲੋਕ ਆਉਂਦੇ ਆ, ਉਹ ਹਯਾਤ ਹੋਟਲ 'ਚ ਰੁਕਦੇ ਆ। ਜਿਹੜਾ ਹਯਾਤ ਹੋਟਲ ਆਪਣੇ ਬਿਲਕੁਲ ਨਾਲ ਹੈ, ਜਿੱਥੇ ਆਪਾਂ ਖੜੇ ਆ, ਮਾਲ ਆਫ ਅੰਮ੍ਰਿਤਸਰ ਹੈ, ਇਹਦੇ ਬਿਲਕੁਲ ਸਾਹਮਣੇ ਜਿਹੜਾ ਵਾ ਉਹ ਸਕੌਚ ਲਾਇਬ੍ਰੇਰੀ ਦਾ ਜਿਹੜਾ ਵਾ ਉਹ ਜਿਹੜਾ ਇੱਕ ਠੇਕੇ ਦਾ ਸਮਝ ਲਓ ਕਿ ਨਾਮ ਦਿੱਤਾ ਗਿਆ, ਜਿਹੜਾ ਅੰਗਰੇਜ਼ੀ ਸ਼ਰਾਬ ਦਾ ਠੇਕਾ, ਉਹਨੂੰ ਸਕੌਚ ਲਾਇਬ੍ਰੇਰੀ ਲਿਖਣਾ ਕਿੱਥੋਂ ਤੱਕ ਜਾਇਜ਼ ਹੈ। ਜਿਹੜਾ ਅਧਿਕਾਰੀ ਆ, ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਆ, ਜਾਂ ਜਿਹੜੀ ਸਰਕਾਰ ਆ, ਜਾਂ ਸਰਕਾਰ ਦੇ ਜਿਹੜੇ ਮੰਤਰੀ ਆ, ਕਿ ਉਹ ਅੱਖਾਂ ਮੀਟ ਕੇ ਕੰਮ ਕਰਦੇ ਆ, ਉਹਨਾਂ ਨੂੰ ਕੋਈ ਪਤਾ ਨਹੀਂ ਚੱਲਦਾ ਕਿ ਉਹ ਕਿਸ ਚੀਜ਼ ਦੀ ਮਨਜ਼ੂਰੀ ਦੇ ਰਹੇ ਆ। ਅਸੀਂ ਇਹ ਮੰਗ ਕਰਦੇ ਹਾਂ ਕਿ ਇਸ ਸਕੌਚ ਲਾਇਬ੍ਰੇਰੀ ਦਾ ਜਿੰਨੇ ਮਨਜ਼ੂਰੀ ਦਿੱਤੀ, ਜਿਨ੍ਹਾਂ ਦੇ ਟੇਬਲ ਤੇ ਇਹ ਫਾਈਲ ਗਈ, ਉਹਨਾਂ ਸਭ ਦੇ ਖਿਲਾਫ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਕਰਨੀ ਚਾਹੀਦੀ ਹੈ ਕਿ ਉਹ ਸਾਰੇ ਇਹਨਾਂ ਦੀ ਜਿਹੜਾ ਵਾ ਉਹ ਜਾਂਚ ਕਰਕੇ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇ। ਪਰ ਸ਼੍ਰੋਮਣੀ ਕਮੇਟੀ ਤੋਂ ਕਿੰਨੀ ਕਾਸ ਰੱਖ ਸਕਦੇ ਆ, ਕਿਉਂਕਿ ਉਹ ਜਿਹੜਾ ਜਿਨ੍ਹਾਂ ਦਾ ਕੰਟਰੋਲ ਆ ਉੱਥੇ, ਉਹ ਆਪ ਹੀ ਖੁਦ ਜਿਹੜਾ ਵਾ RSS ਦੇ ਬੰਦੇ ਆ, ਆਪ ਖੁਦ ਹੀ ਭ੍ਰਿਸ਼ਟ ਬੰਦੇ ਆ। ਉਹਨਾਂ ਨੇ ਹੁਣ ਤੱਕ ਪੰਜਾਬ ਨੂੰ ਲੁੱਟ ਕੇ ਖਾ ਰਿਹਾ, ਇਸ ਕਰਕੇ ਉਹਨਾਂ ਤੋਂ ਆਸ ਨਹੀਂ ਰੱਖੀ ਜਾ ਸਕਦੀ। ਪਰ ਅਸੀਂ ਫਿਰ ਵੀ ਇੱਕ ਸਿੱਖ ਹੋਣ ਦੇ ਨਾਤੇ ਸ਼ਿਕਾਇਤ ਜ਼ਰੂਰ ਕਰਾਂਗੇ, ਕਿਉਂਕਿ ਸਾਡਾ ਸਾਹਿਬ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਵਰਗੇ ਹੋਏ ਆ, ਜਿਹੜੇ ਮੌਕੇ ਦੇ ਰਾਜਿਆਂ ਨੂੰ ਜਿਹੜਾ ਵਾ ਉੱਥੇ ਤਲਬ ਕਰਦੇ ਰਹੇ, ਪਰ ਅੱਜ ਜਿਹੜਾ ਵਾ ਉੱਥੇ ਇਹੋ ਜਿਹੇ ਲੋਕ ਬੈਠੇ ਆ। ਜਿਹੜਾ ਅੰਮ੍ਰਿਤਸਰ ਦੇ DC ਦਾ ਵੀ ਘਿਰਾਓ ਕਰਾਂਗੇ ਔਰ ਇਹ ਰੋਡ ਵੀ ਜਾਮ ਕਰਾਂਗੇ, ਔਰ ਸਖਤ ਤੋਂ ਸਖਤ ਜਿਹੜਾ ਵਾ ਅਸੀਂ ਇੱਥੇ ਜਿਹੜਾ ਪ੍ਰੋਟੈਸਟ ਕਰਾਂਗੇ। ਜੇ ਇਹਨਾਂ ਨੇ ਨਾਮ ਨਾ ਬਦਲਿਆ ਤੇ ਇਹ ਨਾਮ ਅਸੀਂ ਬਦਲਾ ਕੇ ਹੀ ਰਵਾਂਗੇ, ਕਿਉਂਕਿ ਇਹ ਬੜੀ ਸ਼ਰਮ ਦੀ ਗੱਲ ਹੈ ਸਾਡੇ ਵਾਸਤੇ। ਇਹ ਅੰਮ੍ਰਿਤਸਰ ਵਾਸੀਆਂ ਲਈ ਮੇਰੀ ਬਦਨਾਮੀ ਦਾ ਕਾਰਨ ਇਹ ਨਾਮ ਬਣ ਰਿਹਾ ਜਿਹੜਾ ਅੰਮ੍ਰਿਤਸਰ ਦੇ ਐਂਟਰੀ ਪੁਆਇੰਟ ਤੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਆ, ਅਪੀਲ ਹੱਥ ਜੋੜ ਕੇ, ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕਿਸਾਨੀ ਮੋਰਚਾ ਜਿਹੜਾ 8-9 ਮਹੀਨਿਆਂ ਤੋਂ ਲਗਾਤਾਰ ਚੱਲ ਰਿਹਾ, ਅਸੀਂ ਉਸ ਮੋਰਚੇ ਦੇ ਵਿੱਚ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਅਸੀਂ ਡਟ ਕੇ ਮੋਰਚੇ ਦੇ ਵਿੱਚ ਬੈਠੇ ਹਾਂ, ਦਿਨ ਰਾਤ ਸੇਵਾ ਕਰ ਰਹੇ ਹਾਂ। ਹੁਣ ਪ੍ਰੋਬਲਮ ਆ ਗਈ, ਇੱਕ ਘੋੜਿਆਂ ਵਾਸਤੇ ਦਾਣਾ ਹੈ ਨਹੀਂਗਾ। ਤਕਰੀਬਨ 2 ਮਹੀਨਿਆਂ ਤੋਂ ਕਿਸੇ ਪਾਸੋਂ ਦਾਣਾ ਕੋਈ ਆਇਆ ਨਹੀਂ ਸੰਗਤ ਵੱਲੋਂ। ਮੈਂ ਪੰਜਾਬ ਦੀਆਂ ਸੰਗਤਾਂ ਨੂੰ, ਦੇਸ਼ ਵਿਦੇਸ਼ ਵਿੱਚ ਬੈਠੀਆਂ ਸਿੱਖ ਸੰਗਤਾਂ ਨੂੰ ਬੇਨਤੀ ਕਰਦਾ ਕਿ ਸਾਡੇ ਕੋਲ ਇੱਥੇ ਦਾਣਾ ਵੀ ਹੈ ਨਹੀਂ ਘੋੜਾ, ਤੇ ਨਾ ਹੀ ਤੂੜੀ ਆ। ਤੂੜੀ ਬਿਲਕੁਲ ਮੀਂਹ ਦੇ ਵਿੱਚ ਦੇਖੋ 3 ਦਿਨ ਲਗਾਤਾਰ ਹੋ ਗਏ ਬਾਰਿਸ਼ ਹੁੰਦੀ ਨੂੰ, ਖਰਾਬ ਹੋ ਗਈ ਸਾਰੇ। ਜਿੰਨੀਆਂ ਵੀ ਤਰਪਾਲਾਂ ਘੋੜਿਆਂ ਵਾਸਤੇ ਪਈਆਂ ਨੇ ਸਭ ਫਟ ਫੁੱਟ ਗਈਆਂ। ਬਹੁਤ ਔਖਾ ਹਾਲਾਤ ਜਿਹੜੇ ਇੱਥੇ ਨੇ ਮੀਂਹ ਦੇ ਵਿੱਚ, ਘੋੜਿਆਂ ਦੇ ਬਹੁਤ ਔਖੇ ਨੇ, ਕਿਉਂਕਿ ਅਸੀਂ ਤਾਂ ਜਿਹੜੇ ਹੈਗੇ ਫੌਜ, ਉਹ ਤਾਂ ਲੰਗਰ ਪਾਣੀ ਬਣ ਜਾਂਦਾ, ਗੱਫਾ ਪਾਣੀ ਤਿਆਰ ਹੋ ਜਾਂਦਾ, ਤੰਬੂਆਂ ਦੇ ਵਿੱਚ ਪੈ ਜਾਂਦੇ ਆ ਜਾਂ ਹੋਰ
ਕਿਸੇ ਪਾਸੇ ਆਸਣ ਲੱਗ ਜਾਂਦੇ, ਪਰ ਘੋੜਿਆਂ ਦਾ ਬਹੁਤ ਜ਼ਿਆਦਾ ਔਖਾ ਵਾ ਤੇ ਇਹਨਾਂ ਵਾਸਤੇ ਦਾਣਾ ਚਾਹੀਦਾ। ਜਿਹੜਾ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਤੁਸੀਂ ਆਪ ਹੀ ਹੱਲਾ ਮਾਰੋ, ਦੇਸ਼ ਵਿਦੇਸ਼ ਦੀਆਂ ਵਿੱਚ ਬੈਠੀਆਂ ਸੰਗਤਾਂ ਇੱਥੇ ਜ਼ਰੂਰ ਦਾਣੇ ਦੀ ਸੇਵਾ ਕਰੋ ਘੋੜਿਆਂ ਵਾਸਤੇ। ਤੂੜੀ ਦੀ ਵੀ ਚਾਹੀਦੀ ਆ, ਪੰਜਾਬ ਦੇ ਸਿੱਖ ਸੰਗਤਾਂ ਨੂੰ ਬੇਨਤੀ ਤੂੜੀ ਵੀ ਜ਼ਰੂਰ ਭੇਜੋ। ਤੂੜੀ ਵੀ ਪੂਰਾ ਹੈ ਨਹੀਂ ਹੈਗੇ ਇੱਥੇ ਘੋੜਿਆਂ ਵਾਸਤੇ, ਕਿਉਂਕਿ ਹਾਲਾਤ ਮੀਂਹ ਕਰਕੇ ਬਹੁਤ ਖਰਾਬ ਹੋ ਰਹੇ ਨੇ। ਘੋੜਿਆਂ ਦਾ ਛਕਣਾ ਹੀ ਆ ਤੇ ਇਸ ਕਰਕੇ ਜੇ ਕੋਈ ਹੋਰ ਜਾਣਕਾਰੀ ਲੈਣੀ ਜਾਂ ਮੇਰੇ ਨਾਲ ਸੰਪਰਕ ਕਰਨਾ ਸੰਗਤਾਂ ਨੇ, ਉਹ ਮੇਰਾ ਨੰਬਰ ਨੋਟ ਕਰ ਲਓ 98 152 64 704 ਮੇਰਾ ਨੰਬਰ ਆ। ਦੁਬਾਰਾ ਫੇਰ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਨੰਬਰ ਨੋਟ ਕਰ ਲੈਣਾ 98 152 64। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ 10 ਗੁਰੂਆਂ ਤੇ ਯੋਧਿਆਂ ਸੂਰਮਿਆਂ ਨੇ ਕੁਰਬਾਨੀਆਂ ਕੀਤੀਆਂ, ਪਰ ਅਸੀਂ ਅੱਜ ਉਹਨਾਂ ਕੁਰਬਾਨੀਆਂ ਨੂੰ ਭੁੱਲ ਗਏ ਹਾਂ, ਤਾਂ ਹੀ ਤਾਂ ਦੁੱਖ ਭੋਗ ਰਹੇ ਹਾਂ। ਸਾਡੇ ਗੁਰੂਆਂ ਨੇ ਕੁਰਬਾਨੀਆਂ ਕਰਕੇ ਸਾਨੂੰ ਕੀ ਸਮਝਾਇਆ, ਪਰ ਅੱਜ ਅਸੀਂ ਕਰ ਕੀ ਰਹੇ ਹਾਂ। ਸਦੀਆਂ ਸਦੀਆਂ ਬੀਤ ਗਈਆਂ, ਨਾ ਸਿੱਖ ਇਤਿਹਾਸ ਨੂੰ ਕਿਸੇ ਨੇ ਸਮਝਿਆ ਤੇ ਨਾ ਹੀ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਤਾਂ ਹੀ ਤਾਂ ਅੱਜ ਭਾਰਤ ਦਾ ਬੁਰਾ ਹਾਲ ਹੈ, ਭਾਰਤ ਦੇ ਲੋਕਾਂ ਦਾ ਬੁਰਾ ਹਾਲ ਹੈ, ਕਿਉਂਕਿ ਸਿੱਖ ਇਤਿਹਾਸ ਨੂੰ ਨਾ ਤੇ ਸਮਝਿਆ ਗਿਆ ਤੇ ਨਾ ਹੀ ਸਮਝਣ ਦੀ ਕੋਸ਼ਿਸ਼ ਕੀਤੀ ਗਈ। ਸਿੱਖ ਇਤਿਹਾਸ ਤੁਹਾਨੂੰ ਮੈਸੇਜ ਕੀ ਦਿੰਦਾ ਹੈ ਤੇ ਤੁਸੀਂ ਕਰਦੇ ਕੀ ਹੋ, ਇਹਦੇ ਬਾਰੇ ਦੱਸਣਗੇ ਛੋਟੇ ਛੋਟੇ ਬੱਚੇ, ਉਹ ਬੱਚੇ ਜਿਨ੍ਹਾਂ ਨੇ ਸਿੱਖ ਇਤਿਹਾਸ ਨੂੰ ਪੜ੍ਹਿਆ, ਸੁਣਿਆ ਤੇ ਸਮਝਿਆ। ਸਿੱਖ ਆਫ ਅਮਰੀਕਾ ਤੁਹਾਨੂੰ ਉਹਨਾਂ ਬੱਚਿਆਂ ਦੇ ਨਾਲ ਮਿਲਾ ਰਿਹਾ ਹੈ ਜਿਹੜੇ ਬੱਚੇ ਸਿੱਖ ਇਤਿਹਾਸ ਨੂੰ ਪੜ੍ਹਦੇ ਵੀ ਨੇ, ਉਸ ਨੂੰ ਸਮਝਦੇ ਵੀ ਨੇ ਤੇ ਤੁਹਾਨੂੰ ਸਮਝਾਉਂਦੇ ਵੀ ਨੇ। ਹਰ ਇੱਕ ਸੈਟਰਡੇ ਤੇ ਸੰਡੇ ਤੁਸੀਂ ਇਸ ਪ੍ਰੋਗਰਾਮ ਨੂੰ ਵੇਖ ਸਕਦੇ ਹੋ ਫਾਸਟਵੇ ਟੀਵੀ USA ਤੇ। ਤੁਹਾਡਾ ਆਪਣਾ ਫਾਸਟਵੇ ਟੀਵੀ USA, ਸੱਚ ਦੀ ਆਵਾਜ਼, ਹਰ ਟਾਈਮ ਹਰ ਵੇਲੇ ਤੁਹਾਡੇ ਨਾਲ। ਤੁਹਾਡਾ ਆਪਣਾ ਫਾਸਟਵੇ ਟੀਵੀ USA ਤੁਹਾਨੂੰ ਹਰ ਇੱਕ ਸ਼ਨੀਵਾਰ ਤੇ ਐਤਵਾਰ ਦੱਸਣਗੇ ਸਿੱਖਾਂ, ਸੂਰਮਿਆਂ ਤੇ ਯੋਧਿਆਂ ਦਾ ਇਤਿਹਾਸ। ਕੀ ਹੈ ਸਿੱਖ ਇਤਿਹਾਸ? ਦੇਖੋ ਹਰ ਸ਼ਨੀਵਾਰ ਤੇ ਐਤਵਾਰ ਫਾਸਟਵੇ ਟੀਵੀ USA ਤੇ। ਸਿੱਖ ਇਤਿਹਾਸ ਦੱਸਣਗੇ ਛੋਟੀ ਛੋਟੀ ਉਮਰ ਦੇ ਬੱਚੇ ਜੋ ਕਿ ਪੂਰੇ ਵਰਲਡ ਵਿੱਚੋਂ ਜੁੜ ਚੁੱਕੇ ਨੇ ਸਿੱਖ ਆਫ ਅਮਰੀਕਾ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਦੇ ਹਰ ਕੋਨੇ ਦੀ ਨਿਊਜ਼ ਤੁਹਾਡੀ ਆਪਣੀ ਭਾਸ਼ਾ ਵਿੱਚ 24 ਆਵਰਸ ਲਾਈਵ ਨਿਊਜ਼ ਚੈਨਲ ਫਾਸਟਵੇ ਟੀਵੀ ਅਤੇ ਸਾਡੇ YouTube ਚੈਨਲ ਫਾਸਟਵੇ ਟੀਵੀ USA ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰੋ ਤਾਂ ਕਿ ਨਵੀਂ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ। ਤੁਸੀਂ ਫਾਸਟਵੇ ਟੀਵੀ ਵੀ Facebook ਤੇ ਲਾਈਵ ਵੇਖ ਸਕਦੇ ਹੋ। ਫਾਸਟਵੇ ਟੀਵੀ ਦੀ ਐਪ ਤੁਸੀਂ ਐਪਲ ਅਤੇ ਐਂਡਰੋਇਡ ਫੋਨ ਤੇ ਡਾਊਨਲੋਡ ਕਰ ਸਕਦੇ ਹੋ। ਵਰਲਡ ਦੇ ਸਾਰੇ IPTV ਤੇ ਦੇਖਿਆ ਜਾਣ ਵਾਲਾ ਫਾਸਟਵੇ ਟੀਵੀ ਚੈਨਲ। ਜੇਕਰ ਤੁਸੀਂ ਆਪਣੇ ਇਲਾਕੇ ਦੀ ਕੋਈ ਵੀ ਨਿਊਜ਼ ਜਾਂ ਜਾਣਕਾਰੀ ਦੇਣਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ ਤੇ ਸੰਪਰਕ ਕਰੋ 9177469910। ਤੁਹਾਡਾ ਆਪਣਾ ਫਾਸਟਵੇ ਟੀਵੀ ਚੈਨਲ। ਰਾਜਨੀਤੀ ਦੇ ਦਾਅ ਪੇਚ ਹੋਣ ਜਾਂ ਖੇਡਾਂ ਦੀ ਰਾਜਨੀਤੀ, ਗੱਲ ਹੋਵੇ ਸਿਨੇਮਾ ਦੀ ਚਕਾਚੌਂਧ ਦੀ ਜਾਂ ਅਪਰਾਧ ਤੇ ਅਤਿਆਚਾਰ ਦੀ, ਆਮ ਹੋ ਜਾ ਖਾਸ, ਨੇਤਾ ਹੋ ਜਾਂ ਕਲਾਕਾਰ, ਗੱਲ ਸਮਾਜ ਦੇ ਹਰ ਪੱਖ ਦੀ, ਹਰ ਖਬਰ ਦਾ ਹੁੰਦਾ ਵੱਖਰਾ ਅੰਦਾਜ਼। ਹਰ ਖਬਰ ਦੀ ਹੁੰਦੀ ਵੱਖਰੀ ਜਿਹੀ ਗੱਲ, ਬਸ ਲੋੜ ਹੈ ਥੋੜੇ ਜਿਹੇ ਹੌਸਲੇ ਦੀ, ਸੱਚ ਕਹਿਣ ਅਤੇ ਸੱਚ ਵਿਖਾਉਣ ਦੀ ਹਿੰਮਤ। ਇਸੇ ਹਿੰਮਤ ਦੇ ਨਾਲ ਅਸੀਂ ਤੁਹਾਨੂੰ ਵਿਖਾਉਂਦੇ ਹਾਂ ਤੁਹਾਡਾ ਆਪਣਾ ਤੁਹਾਡਾ ਆਪਣਾ ਫਾਸਟਵੇ ਟੀਵੀ ਚੈਨਲ।